गुरु रूप गुरु का ही खास रूप खालसा पंथ जीओ गज के आखो जी वाहिगुरू जी का खालसा वाहिगुरू जी की फतेह। परिवार ते मैनेजमेंट के उत्ते ये प्रेशर जरूर हुंदा क्योंकि बुलारे बहुत हुंदे आ, सारिਆਂ ਨੂੰ वक्त देना जिन्हों ना दिता उसकी नाराजगी भी हो जाती है। पर मेरी भी एक परेशानी आ कि ਜਿਹੜੀਆਂ शहादत आ वो एडियां कीमती ते एडियां गंभीर आ भई 2 मिनट तक ही शायद असी 2 जन्म भी ला लईए ते इन्हां नूं कदे डिफाइन नहीं कर सकते शब्दां दे अंदर। पर क्योंकि जे स्टेज ते खड़ के गुरु वाल मुख रख के ते गुरु नूं मूंह दिखाउणा है ते जे सच दी गल ना कीती करके बह गए ते गल कीती दा भी कोई फायदा नहीं। 2 मिनट ते फतेह बुला के बह सकदा, पर जे गल करनी है ते फिर उहदे लई मैं संगत दे चरनां 'च माफी चाहुंदा भी एक अद्धा नुकता ते जरूर रख के जावां ना। सारी संगत दे कोलों एक दात मंगदा कि एकाग्रता जरूर बख्शो और कोशिश करियो ਜਿਹੜੀ ਅੱਜ कौम की त्रासदी मैं देख रहा कि ਅਸੀਂ बुलारियां ਜਾਂ ਸਰੀਰਾਂ ਨੂੰ ਤੇ ਦਿਮਾਗ ਦੇ ਵਿੱਚ ਬਿਠਾ ਲੈਂਦੇ ਆ पर विचार ते सिद्धांत ਨੂੰ नहीं ਬਿਠਾਉਂਦੇ। बेशक सारे ਅੱਖਾਂ ਬੰਦ कर लो ਤੇ भी भुल जाओ कि स्टेज ਤੇ कौन बोल ਰਿਹਾ, याद भी ना रखियो कौन बोल के गया सी। जेकर गल ते नुकता समझ आवे तो हिरदियां 'ਚ जरूर वसा के जाए। ये दिन माहिज ਅਸੀਂ ਆਪਣੀ ਰਵਾਇਤ ਪੂਰੀ ਕਰਨ ਤੱਕ ਨਾ ਰੱਖ ਲਈਏ। ਸਿੱਖਾਂ ਦੀ ਇੱਕ ਰਵਾਇਤ ਹੈ ਕਿ ਅਸੀਂ ਆਪ ਦੇ ਸ਼ਹੀਦਾਂ ਨੂੰ ਯਾਦ ਕਰਦੇ ਹਾਂ, ਪਰ ਯਾਦ ਹੀ ਕਰਦੇ ਹਾਂ ਬਸ। ਉਹ ਯਾਦ ਕਰਨ ਦੇ ਵੀ ਅਰਥ ਹੁੰਦੇ ਆ। ਯਾਦ ਕਰਕੇ ਉੱਥੋਂ ਕੁਝ ਲੈ ਕੇ ਘਰ ਨੂੰ ਜਾਣਾ ਹੁੰਦਾ, ਕੜਾਹ ਪ੍ਰਸ਼ਾਦੀ ਦੇਗ ਜਾਂ ਪ੍ਰਸ਼ਾਦਾ ਨਹੀਂ। ਉਹਨਾਂ ਸ਼ਹੀਦਾਂ ਨੇ ਸ਼ਹਾਦਤ ਦੇ ਕੇ ਇੱਕ ਕਨਸੈਪਟ ਦੇ ਕਰਕੇ ਕਿਸੇ ਗੱਲ ਦੇ ਕਾਰਨ ਉਹ ਸ਼ਹਾਦਤ ਹੋਈ ਹੈ। ਉਹ ਕੀ ਵਜ੍ਹਾ ਸੀ ਜਿਸ ਵਜ੍ਹਾ ਨੇ ਇਹਨਾਂ ਸ਼ਹੀਦਾਂ ਨੂੰ ਆਪਦੇ ਘਰ-ਬਾਰ ਛੱਡ ਕੇ ਪੰਥ ਵਾਲੇ ਪਾਸੇ ਨੂੰ ਮੂੰਹ ਕਰਨ ਦਿੱਤੇ ਤੇ ਸ਼ਹਾਦਤ ਵਾਲੇ ਰਾਹ ਦੇ ਉੱਤੇ ਤੋਰ ਦਿੱਤਾ। ਕੀ ਅਸੀਂ ਨਹੀਂ ਮਹਿਸੂਸ ਕਰਦੇ ਕਿ ਇਹ ਸ਼ਹਾਦਤਾਂ ਦਾ ਸਫ਼ਰ ਉੱਥੇ ਖਤਮ ਹੋ ਗਿਆ ਤੇ ਉਸ ਤੋਂ ਬਾਅਦ ਅਸੀਂ ਸਿਰਫ ਦਿਨ ਹੀ ਮਨਾਉਣੇ ਆ, ਜਾਂ ਉਸ ਤੋਂ ਬਾਅਦ ਸਾਡੀ ਜ਼ਿੰਮੇਵਾਰੀ ਬਣ ਗਈ ਸੀ ਕੋਈ? ਜੇ ਸ਼ਹਾਦਤ ਹੋਈ ਆ ਨਾ, ਇਸ ਸ਼ਹਾਦਤ ਨੇ ਜਿਸ ਗੱਲ ਨੂੰ ਜਿਸ ਪੜਾਅ ਤੇ ਲਿਜਾ ਕੇ ਸਾਡੇ ਹੱਥ 'ਚ ਫੜਾਇਆ ਨਾ, ਸਾਡਾ ਫਰਜ਼ ਬਣਦਾ ਸੀ ਅਸੀਂ ਉਸ ਗੱਲ ਨੂੰ ਤੋਂ ਅੱਗੇ ਤੋਰਦੇ। ਬਹੁਤ ਸੋਹਣੇ ਵਿਚਾਰ ਜਿਹੜੇ ਢਾਡੀ ਜਥੇ ਨੇ ਸ਼ਾਂਤ ਜੀ ਹੋਣੀ ਸ਼ਾਂਤ ਕਰਕੇ, ਕਿਉਂਕਿ ਬਹੁਤ ਸਾਰੀਆਂ ਗੰਭੀਰ ਗੱਲਾਂ ਉਹਨਾਂ ਨੇ ਕੀਤੀਆਂ। ਸਭ ਤੋਂ ਪਹਿਲਾਂ ਸਾਨੂੰ ਵਾਏ ਕਿਉਂ ਕਲੀਅਰ ਕਰਨੀ ਪਊਗੀ, ਆਖਰ ਕਿਉਂ ਉਹ ਸ਼ਹਾਦਤਾਂ ਏਡੀਆਂ ਹੋਈਆਂ। ਕਿ ਮਾਹਿਜ਼ ਉਹਨਾਂ ਦੇ ਹੱਥਾਂ 'ਚ ਹਥਿਆਰ ਆ ਗਏ ਤੇ ਹਕੂਮਤ ਦੇ ਕੁਝ ਬੰਦੇ ਮਾਰਨਾ ਹੀ ਉਹਨਾਂ ਦਾ ਮਕਸਦ ਸੀਗਾ, ਜਾਂ ਸਿਰਫ ਉਹਨਾਂ ਨੂੰ ਹਕੂਮਤ ਨੂੰ ਇਹ ਰਿਅਲਾਈਜ਼ ਕਰਾਉਣਾ ਸੀਗਾ ਕਿ ਅਸੀਂ ਤੁਹਾਡੇ ਅਗੇਂਸਟ ਖੜੇ। ਅੱਜ ਸਾਡੇ ਲੋਕਾਂ ਦੇ ਉੱਤੇ ਇਸ ਚੀਜ਼ ਦਾ ਬਹੁਤ ਪ੍ਰਭਾਵ ਆ ਕਿ ਜੇ ਅਸੀਂ ਸਿਸਟਮ ਬਦਲਣਾ ਤੇ ਉਸ ਸਿਸਟਮ ਦੇ ਵਿੱਚ ਵੜ ਕੇ ਬਦਲਿਆ ਜਾਣਾ। ਇੱਕੋ ਹੀ ਨੁਕਤਾ, ਵੈਸੇ ਮੈਂ 3-4 ਨੁਕਤੇ ਦੇ ਉੱਤੇ ਅੱਜ ਗੱਲ ਕਰਨੀ ਸੀ ਕਿਉਂਕਿ ਸਮਾਂ ਬਹੁਤ ਸੀਮਤ ਮਿਲਿਆ, ਤੇ ਇੱਕ ਨੁਕਤਾ ਤੇ ਜ਼ਰੂਰ ਸੰਗਤ ਦੇ ਚਰਨਾਂ 'ਚ ਰੱਖਣਾ ਚਾਹੂੰਗਾ ਕਿ ਇਹ ਜ਼ਰੂਰੀ ਆ ਕਿ ਸਿਸਟਮ ਦੇ ਵਿੱਚ ਵੜ ਕੇ ਸਿਸਟਮ ਬਦਲਿਆ ਜਾਣਾ। ਮੈਂ ਤੇ ਨਹੀਂ ਮੰਨਦਾ ਤੇ ਇਹ ਸ਼ਹੀਦ ਵੀ ਨਹੀਂ ਸੀ ਮੰਨਦੇ। ਜੇ ਇਹ ਮੰਨਦੇ ਹੁੰਦੇ ਤੇ ਵੀ ਸਿਸਟਮ ਦੇ ਵਿੱਚ ਵੜਦੇ, ਸਿਸਟਮ ਦੇ ਮੋਹਰੇ ਛਾਤੀ ਢਾ ਕੇ ਖੜ ਕੇ ਉਹਦੇ ਨਾਲ ਟੱਕਰ ਨਾ ਲੈਂਦੇ ਫੇਸ ਟੂ ਫੇਸ। ਇਸ ਸਿਸਟਮ ਦੇ ਵਿੱਚ ਵੜ ਕੇ ਇੱਥੋਂ ਦਾ ਸਿਸਟਮ ਵੋਟਾਂ ਦੀ ਰਾਜਨੀਤੀ ਆ ਜਿਹੜੀ ਅੱਜ ਸਾਡੀ ਕੌਮ ਦੀ ਸਾਰੀ ਅਨਾਜੀ ਖਾ ਗਈ। ਇੱਕ ਪੈ ਕੇ ਹਟੀਆਂ ਗਾਂ 24 ਚੋਣਾਂ ਦੀਆਂ ਤਿਆਰੀਆਂ ਆ, ਕਦੀ ਲੋਕ ਸਭਾ, ਕਦੀ ਵਿਧਾਨ ਸਭਾ, ਕਦੀ ਇਹਨਾਂ ਦੀਆਂ ਪੰਚਾਇਤਾਂ ਦੀਆਂ ਆ ਗਈਆਂ ਤੇ ਕਦੇ ਐਮਸੀ ਦੀਆਂ, ਤੇ ਵੋਟਾਂ ਦੇ ਦੁਆਲੇ ਸਾਡੀ ਸਾਰੀ એનર્ਜੀ ਘੁੰਮਦੀ ਆ। ਢਾਡੀ ਜੱਥਾ ਵੀ ਕਹਿ ਕੇ ਗਿਆ ਬੜੀ એનર્ਜੀ ਲਾਈ, ਬੜਾ ਖੋਰੂ ਪੰਜਾਬ ਦੇ ਵਿੱਚ ਪੱਟਿਆ ਇਹਨਾਂ ਨੇ। ਸਾਰਾ ਪੰਥ ਉੱਲਰ ਗਿਆ ਕਿ 2 ਪਾਰਟੀਆਂ ਸਾਨੂੰ ਲੁੱਟ ਰਹੀਆਂ ਪਿਛਲੇ 47-48 ਸਾਲਾਂ ਤੋਂ, ਤੇ ਜੀ ਹੁਣ ਕਿਸੇ ਹੋਰ ਦੇ ਹੱਥ 'ਚ ਜੁੱਤੀ ਫੜਾਓ। ਕੀ ਅਸੀਂ ਐਡੇ ਨਕਾਰੇ ਹੋ ਗਏ ਆ ਕਿ ਅਸੀਂ ਆਪਣੀ ਕੌਮ ਨੂੰ ਵੀ ਲੀਡ ਨਹੀਂ ਕਰ ਸਕਦੇ? ਅਸੀਂ ਐਡੇ, ਮਤਲਬ ਹੈਰਾਨੀ ਦੀ ਗੱਲ ਆ, ਪੂਰੀ ਦੁਨੀਆ ਤੇ ਜਿੰਨੀਆਂ ਕੌਮਾਂ ਵਸਦੀਆਂ
ਉਹਨਾਂ ਦੇ ਅੰਦਰ ਕੋਈ ਰਾਜਨੀਤਿਕ ਕਨਸੈਪਟ ਹੀ ਨਹੀਂ ਦਿੱਤਾ ਧਾਰਮਿਕ ਤੌਰ ਦੇ ਉੱਤੇ। ਈਸਾਈਆਂ ਕੋ, ਜੈਨੀਆਂ ਕੋ, ਬੋਧੀਆਂ ਕੋ, ਹਿੰਦੂਆਂ ਕੋ, ਮੁਸਲਮਾਨਾਂ ਤੋਂ ਕੋਈ ਇੱਕ ਮੈਨੂੰ ਦੱਸੋ ਕਿ ਧਾਰਮਿਕ ਤੌਰ ਤੇ ਉਹਨਾਂ ਨੂੰ ਕੋਈ ਰਾਜਨੀਤਿਕ ਸਿਧਾਂਤ ਉਹਨਾਂ ਦੇ ਪੈਗੰਬਰਾਂ ਨੇ ਕੋਈ ਦਿੱਤਾ ਹੋਵੇ, ਕਿਤੇ ਨਹੀਂ ਲੱਭਦਾ ਤੈਨੂੰ। ਸਿੱਖਾਂ ਦੇ ਅੰਦਰ ਗੁਰੂ ਸਾਹਿਬ ਤਖਤ ਸਾਜ ਕੇ ਜਾਂਦੇ, ਤਖਤ। ਸਾਡੀ ਧਾਰਮਿਕ ਜਿਹੜੀ ਕਨਸੈਪਟ ਹੈ ਨਾ, ਉਹ ਸਾਡਾ ਕੰਪਲੀਟ ਸੀ, ਪਰ ਫਿਰ ਵੀ ਗੁਰੂ ਸਾਹਿਬ ਮੀਰੀ ਦੇ ਪੀਰੀ ਦੇ ਸਿਧਾਂਤ ਦੇ ਕੇ ਜਾਂਦੇ ਆ। ਦਰਬਾਰ ਸਾਹਿਬ ਦੇ ਵਿੱਚ ਕਿਸੇ ਤਰ੍ਹਾਂ ਦੀ ਘਾਟ ਨਹੀਂ, ਉਹਦੇ ਵਿਹੜੇ ਦੇ ਅੰਦਰ ਅਕਾਲ ਤਖਤ ਸਾਹਿਬ ਦੀ ਸਥਾਪਨਾ ਕਰਕੇ ਜਾਂਦੇ ਆ। ਜਿਹੜੀ ਕੌਮ ਨੂੰ ਧਾਰਮਿਕ ਤੌਰ ਦੇ ਉੱਤੇ ਰਾਜਨੀਤੀ ਦਾ ਕਨਸੈਪਟ ਵਿੱਚ ਮਿਕਸ ਕੀਤਾ ਗਿਆ ਹੋਵੇ, ਉਹ ਕੌਮ ਅੱਜ ਦੂਜਿਆਂ ਦੀ ਰਾਜਨੀਤੀ ਦੇ ਥੱਲੇ, ਉਹਨਾਂ ਦੇ ਜੂਲੇ ਦੇ ਥੱਲੇ ਆਪਣੀ ਜ਼ਿੰਦਗੀ ਬਤੀਤ ਕਰਨ ਨੂੰ ਫਖਰ ਮਹਿਸੂਸ ਕਰਦੇ ਆ, ਤੇ ਉਹਨਾਂ ਨੂੰ ਰਾਹ ਹੀ ਨਹੀਂ ਲੱਭ ਰਿਹਾ। ਰੰਨੀ ਦੀ ਗੱਲ ਹੈ, ਰਾਹ ਹੀ ਨਹੀਂ ਲੱਭ ਰਿਹਾ। ਅਸੀਂ ਇਹਨਾਂ ਯੋਧਿਆਂ ਦੀਆਂ ਸ਼ਹਾਦਤਾਂ ਮਨਾਉਨੇ ਆ। ਮੈਂ ਕਹਿੰਦਾ ਸਾਡੀ ਮਨਾਈ ਤਦ ਸਫਲੀ ਆ, ਅਸੀਂ ਉਹਨਾਂ ਦੇ ਉਸ ਕਨਸੈਪਟ ਨੂੰ ਸਮਝੀਏ ਪਹਿਲਾਂ, ਉਹਨਾਂ ਦੀ ਸ਼ਹਾਦਤ ਕਿਸ ਗੱਲ ਤੋਂ ਹੋਈ ਹੈ। ਫੁੱਕ ਕੇ ਨਾਰੇ ਲਾ ਕੇ ਸਾਡਾ ਗੁਜ਼ਾਰਾ ਨਹੀਂ ਹੋਣਾ। ਵੋਟਾਂ ਦੀ ਰਾਜਨੀਤੀ ਚੋਂ ਬਾਹਰ ਨਿਕਲ ਕੇ ਇੱਥੋਂ ਦੇ ਹਜੂਮ ਦੇ ਸਾਹਮਣੇ ਹਿੱਕ ਡਾ ਕੇ ਖੜਨਾ ਪਊਗਾ ਸਾਨੂੰ। ਆਪ ਦੀ ਤਾਕਤ ਦੀ ਅਜਮਾਇਸ਼ ਸਾਨੂੰ ਸਿੱਖੀ ਸਿਧਾਂਤਾਂ ਦੇ ਅਨੁਸਾਰ ਕਰਨੀ ਪਊਗੀ। ਜੋ 1984 ਦੇ ਵਿੱਚ ਸਿੰਘਾਂ ਨੇ ਕੀਤੀ, ਉਹ ਕਿਵੇਂ ਕੀਤੀ? ਇੱਥੋਂ ਦੇ ਸਿਸਟਮ ਨੂੰ ਫੇਲ ਕਿਵੇਂ ਕੀਤਾ? ਕੋਈ ਪਿੰਡ ਦਾ, ਸ਼ਹਿਰ ਦਾ ਬੰਦਾ ਇਸ ਸਿਸਟਮ ਦੇ ਜੂਲੇ ਥੱਲੇ ਜਾ ਕੇ ਹੱਥ ਅੱਡ ਕੇ ਨਹੀਂ ਸੀ ਖੜਦਾ ਕਿ ਜੀ ਸਾਨੂੰ ਇਨਸਾਫ ਦਿਓ। ਸਿੰਘਾਂ ਨੇ ਸਭ ਤੋਂ ਪਹਿਲਾਂ ਇਨਸਾਫ ਲੈਣ ਦਾ ਆਪ ਦਾ ਕਨਸੈਪਟ ਸਟਾਰਟ ਕੀਤਾ। ਸਿੱਖ ਆਪਣੀਆਂ ਰਵਾਇਤਾਂ ਦੇ ਅਨੁਸਾਰ ਇਨਸਾਫ ਲੈਣਾ ਸ਼ੁਰੂ ਕਰਦੇ। ਦੱਸੋ ਕਿ ਥਾਣੇ ਕਚਹਿਰੀਆਂ 'ਚ ਇਨਸਾਫ ਲੈਣ ਜਾਂਦਾ ਸੀ ਤੁਹਾਡੇ ਵਿੱਚੋਂ? ਮੈਨੂੰ ਇੱਕ ਬੰਦਾ ਉਂਗਲ ਖੜੀ ਕਰਕੇ ਦੱਸ ਦੇ। ਜਦੋਂ ਇਹਨਾਂ ਸਿੰਘਾਂ ਦਾ ਟਾਈਮ ਸੀਗਾ, ਜਦੋਂ ਇਹਨਾਂ ਨੇ ਸ਼ਹਾਦਤਾਂ ਦਿੱਤੀਆਂ, ਜਿਸ ਕਨਸੈਪਟ ਲਈ ਦਿੱਤੀਆਂ, ਉਹਨਾਂ ਨੇ ਹਿੰਦੁਸਤਾਨ ਦੀ ਨਿਆਂ ਪ੍ਰਣਾਲੀ ਨੂੰ ਚੈਲੰਜ ਕਰਕੇ ਉਹਨੂੰ ਖਤਮ ਹੀ ਕਰਤਾ ਕਿ ਯਕੀਨ ਹੀ ਕੋਈ ਨਹੀਂ। ਅਸੀਂ ਮੋੜਾ ਚੌਥੇ ਕਿੱਥੇ ਆ ਕੇ ਖੜ ਗਏ ਆ? ਜਿਹੜੀ ਹਕੂਮਤ ਸਾਡੇ ਤੇ ਤਸ਼ੱਦਦ ਕਰਦੀ ਆ, ਅਸੀਂ ਉਹ ਤੋਂ ਹੀ ਨਿਆਂ ਭਾਲਦੇ ਆ। ਇੱਕ ਸਟੇਟ ਰੀਸੈਂਟਲੀ ਸਾਡੇ ਇੱਕ ਬੰਦੇ ਨੂੰ ਮਾਰਦੀ, ਜਿਹੜਾ ਬੰਦਾ ਆ ਕੇ ਕੌਮ ਦੀ ਗੱਲ ਕਰਦਾ, ਅੱਜ ਅਸੀਂ ਦੁਬਾਰਾ ਫਿਰ ਉਸੇ ਸਟੇਟ ਦੇ ਅੱਗੇ ਜਾ ਕੇ ਤਰਲੇ ਕੱਢਦੇ, ਇਨਸਾਫ ਦਿਓ। ਦੱਸੋ ਜੀ, ਇਹਦੀ ਮੌਤ ਕਤਲ ਸੀ ਜਾਂ ਹਾਦਸਾ? ਜਿਹੜੇ ਮਾਰਦੇ ਹੁੰਦੇ ਉਹ ਇਨਸਾਫ ਦਿੰਦੇ ਹੁੰਦੇ? ਜੇ ਅਸੀਂ ਇਹਨਾਂ ਸ਼ਹਾਦਤਾਂ ਦੇ ਵਿੱਚੋਂ ਕੁਝ ਕੱਢਣਾ ਹੈ ਨਾ, ਤੇ ਸਭ ਤੋਂ ਪਹਿਲਾਂ ਸਾਨੂੰ ਨਿਰਾਸ਼ਤਾ ਚੋਂ ਬਾਹਰ ਨਿਕਲ ਕੇ ਕਿ ਹਾਏ ਮਰ ਗਏ, ਲੁੱਟ ਕੇ ਅਸੀਂ ਬੰਦੇ ਆਪਦੇ ਮਰਵਾਲੇ, ਸ਼ਹਾਦਤਾਂ ਕਰਾ ਲਈਆਂ, ਤੇ ਸਾਡੇ ਅੱਜ ਪੱਲੇ ਕੁੱਖ ਨਹੀਂ, ਨਾ ਵੀ ਸਟੇਟ ਤੋਂ ਕੋਈ ਨਾ ਰਾਜਨੀਤੀ ਦੀ ਗੱਲ ਨਾ ਕਰਿਓ। ਕਿਉਂ? ਸਾਡੇ ਮਨਾਂ ਦੇ ਅੰਦਰ, ਜਿੱਦਾਂ ਦੀਪ ਸਿੱਧੂ ਮਰਨ ਤੋਂ ਪਹਿਲਾਂ ਇੱਕ ਗੱਲ ਕਹਿ ਕੇ ਗਿਆ ਸੀ, ਅੱਜ ਕੱਲ ਸੰਗਲ ਨਹੀਂ ਪਾਉਣੇ ਕਿਸੇ ਨੇ ਗੁਲਾਮ ਕਰਨ ਨੂੰ। ਤੁਹਾਨੂੰ ਅੱਜ ਕੱਲ ਗੁਲਾਮੀ ਦੀ ਨਿਸ਼ਾਨੀ ਜੇਲਾਂ ਨਹੀਂ ਰਹਿ ਗਈਆਂ, ਬਾਹਰ ਨਿਕਲ ਕੇ ਵੀ ਤੁਸੀਂ ਗੁਲਾਮ ਹੀ ਹੋ। ਸਾਡੇ ਸਾਰਿਆਂ ਦੇ ਦਿਮਾਗਾਂ 'ਚ ਇੱਕ ਗੱਲ ਬਿਠਾ ਦਿੱਤੀ ਗਈ, ਇੱਕ ਪੱਕੀ ਕਰਤੀ ਗੱਲ ਕਿ ਜੇ ਸਾਨੂੰ ਕੋਈ ਲੀਡ ਕਰੂਗਾ ਤਾਂ ਅਸੀਂ ਲੀਡ ਕਰ ਸਕਦੇ। ਸਾਡੇ ਲੀਡਰ ਨਗੁਣੇ। ਪੰਥ ਦੇ ਅੰਦਰ ਤਾਂ ਇਹ ਵਿਚਾਰ ਕਦੇ ਨਹੀਂ ਸੀ ਹੁੰਦਾ। ਇਹਨਾਂ ਨੇ ਤਾਂ ਕੋਈ ਲੀਡਰ ਨਹੀਂ ਭਾਲਿਆ ਹੋਣਾ ਜਦੋਂ ਨਿਕਲਿਆ ਕਰੋ। ਤੇ ਜਦੋਂ ਸ਼ਹਾਦਤਾਂ ਦਿੱਤੀਆਂ, ਕਿਸੇ ਲੀਡਰ ਦੇ ਆਰਡਰ ਦੀ ਵੇਟ ਨਹੀਂ ਕੀਤੀ ਉਹਨਾਂ ਨੇ ਵੀ ਹੁਣ ਮੋਰੇ ਮੁਕਾਬਲਾ ਆਇਆ, ਤੁਸੀਂ ਕਰਨਾ ਕਿ ਨਹੀਂ ਕਰਨਾ। 18ਵੀਂ ਸਦੀ ਦੇ ਵਿੱਚ ਜਦੋਂ ਮਿਸਲਾਂ ਬਣੀਆਂ ਤੇ ਕੋਈ ਇੱਕ ਲੀਡਰ ਨਹੀਂ ਸੀ ਸਾਡਾ, ਅਸੀਂ ਸੰਘਰਸ਼ ਲੜੇ ਆ। ਫਿਰ ਵੀ ਲੀਡਰ ਦੀ ਵੇਟ ਕਰਨ ਦੀ ਬਜਾਏ ਆਪ ਦੇ ਅੰਦਰ ਆਪਣੇ ਆਪ ਨੂੰ ਲੀਡਰ ਸਮਝੋ। ਹਰ ਸਿੱਖ ਲੀਡਰ ਆ, ਹਰ ਸਿੱਖ ਲੀਡਰ ਹੈ। ਸਾਡੇ ਘਰ 'ਚ ਜਨਮ ਲੈਣ ਵਾਲਾ ਬੱਚਾ ਵੀ ਲੀਡਰ ਹੈ। ਅਸੀਂ ਸਾਰੀ ਦੁਨੀਆ ਨੂੰ ਲੀਡ ਕਰਨਾ, ਸਾਰੀ ਦੁਨੀਆ ਨੂੰ, ਇੱਕ ਕੌਮ ਦੀ ਗੱਲ ਨਹੀਂ ਆ। ਅਸੀਂ ਵੋਟ ਪੋਲਿਟਿਕਸ ਚੋਂ ਬਾਹਰ ਨਿਕਲ ਕੇ ਸਿੱਖਾਂ ਦੀ ਰਾਜਨੀਤੀ ਨੂੰ ਸਮਝਣ ਦੀ ਕੋਸ਼ਿਸ਼ ਕਰੀਏ। ਸਿੱਖਾਂ ਦੀ ਰਾਜਨੀਤੀ ਜੋ ਅਕਾਲ ਤਖਤ ਸਾਹਿਬ ਤੋਂ ਚੱਲਦੀ, ਉੱਥੋਂ ਵਰਸਾਈ ਹੋਈ ਹੈ। ਇਹਨਾਂ ਸ਼ਹਾਦਤਾਂ ਨੂੰ ਮਨਾਇਆ ਸਾਡਾ ਤਦ ਹੀ ਸਫਲ ਆ ਜੇਕਰ ਅਸੀਂ ਉਸ ਗੱਲ ਨੂੰ, ਜਿੱਥੇ ਇਹ ਸ਼ਹੀਦੀਆਂ ਦੇ ਕੇ ਲੈ ਕੇ ਗਏ ਸੀ, ਉਹ ਤੋਂ ਗਾਂਹ ਤੋਰੀਏ ਅੱਗੇ ਵੱਲ। ਭਿੰਡਰਾਂ ਵਾਲੇ ਮਹਾਂਪੁਰਖਾਂ ਤੋਂ ਇਹ ਬਾਤ ਨਹੀਂ ਸੀ, ਉਹਨਾਂ ਦੀ ਵਿਚਾਰਧਾਰਾ ਤੋਂ ਬਾਤ ਨਹੀਂ ਸੀ। ਚਲੋ ਸੰਗਤ ਦੇ ਚਰਨਾਂ 'ਚ ਸਵਾਲ ਰੱਖਦਾ, ਭਿੰਡਰਾਂ ਵਾਲੇ ਜਦ ਤੱਕ ਉਹਨਾਂ ਦੀ ਸ਼ਹਾਦਤ ਨਹੀਂ ਹੋਈ, ਜਾਂ ਦਰਬਾਰ ਸਾਹਿਬ ਤੇ ਹਕੂਮਤ ਨੇ ਅਟੈਕ ਨਹੀਂ ਕੀਤਾ ਸੀ, ਤਦ ਤੱਕ ਤੇ ਉਹਨਾਂ ਦੀ ਇਹ ਗੱਲ ਸੀਗੀ ਕਿ ਖਾਲਿਸਤਾਨ ਮੰਗਦੇ ਨਹੀਂ, ਪਰ ਜੇ ਦਿੱਤਾ ਤੇ ਲਵਾਂਗੇ ਜ਼ਰੂਰ। ਤੇ ਜਦੋਂ ਸਮਾਂ ਨੇੜੇ ਆਇਆ ਤੇ ਉਹ ਸਟੇਜਾਂ ਤੋਂ ਕਹਿਣ ਲੱਗ ਪਿਆ ਸੀ, ਜਿੱਦਣ ਦਰਬਾਰ ਸਾਹਿਬ ਦੀ ਜੂਹ ਦੇ ਅੰਦਰ ਹਕੂਮਤ ਦੀ ਫੌਜ ਦੇ ਪੈਰ ਪੈ ਗਏ,
ਤੇ ਖਾਲਿਸਤਾਨ ਦੀ ਨੀਂਹ ਰੱਖੀ ਜਾਊਗੀ। ਬੋਲੇ ਸੋ ਨਿਹਾਲ। ਉਹ ਕਹਿ ਗਏ, ਨੀਂਹ ਰੱਖੀ ਗਈ। ਹੁਣ ਆਪਾਂ ਨੀਂਹ ਦੀਆਂ ਇੱਟਾਂ ਪੱਟ ਕੇ ਖਿਲਾਰਨ ਤੇ ਲੱਗੇ ਹੋਏ ਆ ਕਿ ਉਹ ਨੀਂਹ ਦੇ ਉੱਤੇ ਮੰਜ਼ਲ ਖੜੀ ਕਰਨਾ ਸਾਡਾ ਫਰਜ਼ ਨਹੀਂ ਸੀ। ਅਸੀਂ ਅੱਗੇ ਮੰਜ਼ਲ ਖੜੀ ਕਰਨ ਦੀ ਬਜਾਏ ਵੇਟ ਕਰਨ ਲੱਗ ਪਏ ਕਿ ਦੁਬਾਰਾ ਪਿੰਡਰਾਂ ਵਾਲੇ ਆਉਣਗੇ। ਹੁਣ ਕੰਧਾਂ ਦੀ ਜ਼ਰੂਰਤ ਵੀ ਉਹਨਾਂ ਦੀ ਹੈ ਤੇ ਲੈਂਟਰ ਵੀ ਉਹੀ ਪਵਾਉਣਗੇ ਆ ਕੇ। ਇਹ ਗੱਲ ਦੀਪ ਸਿੱਧੂ ਨੇ ਤਾਂ ਸੋਚੀ ਨਹੀਂ। ਜਾਂ ਉਸ ਤੋਂ ਬਾਅਦ ਇਹ ਇਹਨਾਂ ਦੀ 93 ਦੇ ਵਿੱਚ, ਕਿਉਂਕਿ 84 ਮਹਾਂਪੁਰਖ ਚਲੇ ਗਏ ਸ਼ਹਾਦਤ ਦੇ ਕੇ, ਇਹਨਾਂ ਦੀ 93 ਚ ਸ਼ਹਾਦਤ ਹੁੰਦੀ ਆ। 93 ਤੱਕ ਇਹਨਾਂ ਨੇ ਤਾਂ ਕਿਹਾ ਨਹੀਂ ਹੁਣ ਪਿੰਡਰਾਂ ਵਾਲੇ ਆਉਣਗੇ ਤੇ ਅਸੀਂ ਕੁਝ ਕਰਾਂਗੇ। ਇਹਨਾਂ ਦੀ 93 ਚ ਸ਼ਹਾਦਤ ਹੋਈ ਨਾ, ਤੇ 93 ਤੱਕ ਕੀ ਇਹ ਹੱਥ ਤੇ ਹੱਥ ਰੱਖ ਕੇ ਬੈਠੇ ਸੀਗੇ ਕਿ ਪਿੰਡਰਾਂ ਵਾਲੇ ਆਉਣਗੇ ਤੇ ਅਸੀਂ ਕੁਝ ਕਰਾਂਗੇ। ਅਸੀਂ ਸਾਰੇ ਕਿਉਂ ਇਸ ਗੱਲ ਦੀ ਵੇਟ ਕਰਦੇ ਹਾਂ ਕਿ ਕੋਈ ਲੀਡਰ ਆਊਗਾ ਤੇ ਸਾਨੂੰ ਕੋਈ ਪ੍ਰੋਗਰਾਮ ਦਊਗਾ ਅਸੀਂ ਕਰਨਾ? ਕੀ ਅਸੀਂ ਪੰਥ ਲਈ ਕੁਝ ਨਹੀਂ ਕਰ ਸਕਦੇ ਸਾਰੇ ਰਲ ਕੇ? ਅਸੀਂ ਸ਼ਾਇਦ ਇੰਨੇ ਕਿਹਾ ਸਾਡੀ ਆਵਾਜ਼ ਸ਼ਾਇਦ ਸਿਰਫ ਤੁਹਾਡੇ ਤੱਕ ਪਹੁੰਚਦੀ ਹੈ। ਆ ਸੋਸ਼ਲ ਮੀਡੀਆ ਇਹ ਵਧੀਆ ਟੂਲ ਆ। ਇਹਨੇ ਜਵਾਨੀ ਦੇ ਅੰਦਰ ਅਵੇਅਰਨੈਸ ਵੀ ਕ੍ਰੀਏਟ ਕੀਤੀ ਆ। ਹਰ ਚੀਜ਼ ਦੇ ਨਫੇ ਤੇ ਨੁਕਸਾਨ ਵੀ ਹੁੰਦੇ ਆ। ਇਹਦੇ ਜਰੀਏ ਸ਼ਾਇਦ ਹੋ ਸਕਦਾ 100 200 500 ਬੰਦਾ ਸਾਡੀ ਆਵਾਜ਼ ਸੁਣ ਲਵੇ। ਪਰ ਜੇਕਰ ਸਾਰੀ ਕੌਮ ਜਾਗਦੀ ਹੋਗੀ ਨਾ ਤਾਂ ਸਾਰੀ ਦੁਨੀਆ ਆਵਾਜ਼ ਸੁਣੂਗੀ। ਨਹੀਂ ਕੁਝ ਕਰ ਸਕਦੇ ਨਾ, ਨਹੀਂ ਦਿਸਦਾ ਕੁਝ, ਹਨੇਰਾ ਹੀ ਲੱਗਦਾ ਵੋਟਾਂ ਤੋਂ ਬਗੈਰ। ਸਾਨੂੰ ਦਿਓ ਤਾਕਤ। ਮੈਂ ਜ਼ਿੰਮੇਵਾਰੀ ਮਹਾਰਾਜ ਦੀ ਹਜ਼ੂਰੀ 'ਚ ਖੜ ਕੇ ਲੈ ਰਿਹਾ। ਚਰਸਤੇ 'ਚ ਖੜ ਕੇ ਸਿਰ ਕੱਟ ਦਿਓ ਜਿੱਥੇ ਜੇ ਤੁਹਾਡੇ ਰਾਹ ਤੇ ਅਸੀਂ ਕਿਸੇ ਪਾਸੋਂ ਖਿੜਕ ਜਾਈਏ। ਗੁਰੂ ਸਾਹਿਬ ਚਲਾ ਲੈਣ, ਦਿਓ ਤਾਕਤ। ਮੈਂ ਕਹਿੰਦਾ ਵੋਟਾਂ 'ਚੋਂ ਨਿਕਲ ਕੇ ਮੈਨੂੰ ਤਾਕਤ ਦਿਓ। ਮੈਂ ਤੁਹਾਨੂੰ ਦੱਸਦਾ ਪੰਥ ਕਿੱਦਾਂ ਚੱਲਦਾ ਹੈ। ਹਾਲਾਂਕਿ ਮੇਰੀ ਇੱਕ ਪੰਥ ਦੇ ਅੰਦਰ ਇੱਕ ਕੀੜੇ ਦੀ ਔਕਾਤ ਨਹੀਂ ਹੈ ਸਾਡੀ, ਕੋਈ ਸਾਡਾ ਜੀਵਨ ਨਹੀਂ ਕੁਝ ਪੱਲੇ ਨਹੀਂ, ਪਰ ਗੁਰੂ ਤੇ ਅਟਲ ਵਿਸ਼ਵਾਸ। ਗੁਰੂ ਸਮਰੱਥ ਹੈ, ਸਾਡੇ ਪੱਲੇ ਕੁਝ ਨਹੀਂ, ਪਰ ਗੁਰੂ ਕਿਸੇ ਗੁੰਗੇ ਦੇ ਸਿਰ ਤੇ ਸੋਟੀ ਰੱਖ ਕੇ ਵੀ ਉਹਨੂੰ ਬੋਲਣ ਲਾ ਸਕਦਾ। ਸਾਡੇ ਵਰਗੇ ਕੀੜੇ ਨੂੰ ਵੀ ਉਹ ਵਰਤ ਸਕਦਾ ਜੀ ਜਾਵੇ। ਦਰਦ ਰੱਖੋ ਤੇ ਟੀਚਾ ਪੰਥ ਨੂੰ ਰੱਖੋ। ਇਹਨਾਂ ਨੇ ਪੰਥ ਨੂੰ ਪ੍ਰਥਮ ਰੱਖਿਆ ਸੀ। ਪੰਥ ਪ੍ਰਥਮ, ਪੰਥ ਵਸੇ ਮੈਂ ਉਜੜਾ ਮਨ ਚਾਓ ਘਨੇਰੇ ਦੇ ਕਨਸੈਪਟ ਤੇ ਜਿੱਦਾਂ ਚੱਲਾਂਗੇ ਨਾ ਆਪਣੇ ਆਪ ਕਲੀਅਰ ਹੋਣ ਲੱਗ ਪੈਂਦਾ ਕਿ ਕਿਹੜਾ ਬੰਦਾ ਸੱਚਾ ਤੇ ਕਿਹੜਾ ਝੂਠਾ। ਵੋਟਾਂ ਦੀ ਰਾਜਨੀਤੀ ਚੋਂ ਨਿਕਲ ਕੇ ਜਦ ਤੱਕ ਨਹੀਂ ਸੋਚਦੇ ਤੁਹਾਡਾ ਕੁਝ ਵੀ ਵਿਚਾਰ ਨਹੀਂ ਹੋਣਾ। ਵੋਟਾਂ ਦੇ ਵਿੱਚ ਹੀ ਭਾਵੇਂ ਸਾਰੇ ਪੰਜਾਬ ਦੀ ਤੁਸੀਂ ਰਾਜਨੀਤੀ ਹਾਸਲ ਕਰ ਲਓ, ਸਾਰੀਆਂ ਦੀਆਂ ਸਾਰੀਆਂ ਸੀਟਾਂ ਜਿੱਤ ਲਓ, ਕਰ ਲਓਗੇ ਕੁਝ। ਕਸ਼ਮੀਰ ਦੀ ਐਗਜ਼ਾਮਪਲ ਹੈ ਸਾਡੇ ਕੋਲ। ਤੁਸੀਂ ਵੋਟਾਂ ਦੀ ਗੱਲ ਕਰਦੇ ਕੁਝ ਚੰਦ ਰਾਜ ਦੀ, ਉਹਦਾ ਝੰਡਾ ਵੀ ਆਪਦਾ ਸੀ, ਉਹਦਾ ਸੰਵਿਧਾਨ ਵੀ ਆਪਦਾ ਸੀਗਾ। ਇੱਕ ਵੱਖਰਾ ਮੁਲਕ ਸੀਗਾ, ਆਪਦੇ ਵਿੱਚ ਲਾ ਲਿਆ ਸਟੇਟ ਨੇ। ਵੱਖਰਾ ਮੁਲਕ ਜਿੱਥੇ ਹਰ ਰੋਜ਼ ਸ਼ਹਾਦਤਾਂ ਹੋਈਆਂ, ਅੱਜ ਵੀ ਹੋ ਰਹੀਆਂ ਹਰ ਰੋਜ਼। 47 ਤੋਂ ਲੈ ਕੇ ਨਿਰਾਸ਼ਤਾ ਚ ਅੱਜ ਕੌਮ ਗਈ ਹੋਈ ਆ ਵੀ ਸਾਡੇ 84 ਵਾਪਰ ਗਏ, ਸਿੰਘ ਬਹੁਤ ਮਰ ਗਏ, ਪਰਿਵਾਰ ਸ਼ਹੀਦ ਹੋ ਗਏ ਜੀ। ਨਾ 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 ਨਾ, ਹੁਣ ਖਾਲਿਸਤਾਨ ਦੀ ਗੱਲ ਨਾ ਕਰੋ। ਹੁਣ ਤੇ ਕੋਈ ਹਥਿਆਰਬੰਦ ਮੂਵਮੈਂਟ ਨਹੀਂ ਨਾ, ਵਿਚਾਰਾਂ ਦੀ ਜੰਗ ਹੈ ਨਾ। ਅਸੀਂ ਵਿਚਾਰ ਕਰਨ ਤੋਂ ਵੀ ਪੈਰ ਪਿੱਛੇ ਖਿੱਚ ਲੈ। ਸਾਡੀ ਕੀ ਔਕਾਤ ਹੈ ਅਸੀਂ ਇਹਨਾਂ ਸਿੰਘਾਂ ਦੀਆਂ ਬਰਸੀਆਂ ਮਨਾਈਏ ਜੇ ਸਾਡੇ ਲੱਤਾਂ ਕੰਬਦੀਆਂ ਵਿਚਾਰ ਕਰਨ ਤੋਂ ਵੀ? ਤਾਂ ਹਥਿਆਰਬੰਦੀ ਦੀ ਤਾਂ ਗੱਲ ਹੀ ਬਹੁਤ ਦੂਰ ਆ। ਅਸੀਂ ਗੱਲ ਕਰਨ ਤੋਂ ਵੀ ਸਾਡੀਆਂ ਲੱਤਾਂ ਕੰਬਣ ਲੱਗ ਪਈਆਂ। ਉਹਦੇ ਲਈ ਵੀ ਅਸੀਂ ਲੋਕਾਂ ਤੋਂ ਫੜ ਕੇ ਮਾਈਕ ਖਿੱਚਦੇ ਆ। ਨਾ ਤੂੰ ਬੋਲਣਾ ਯਾਰ, ਤੱਤੀ ਗੱਲ ਨਹੀਂ ਕਰਨੀ। ਇੱਕ ਪਾਸੇ ਅਸੀਂ ਵਾਰਾਂ ਪਾਉਂਦੇ ਆ ਭਾਈ ਖੰਡੇ ਦੀ ਧਾਰ ਚੋਂ ਸਾਡੇ ਜਨਮ ਹੋਏ ਤੇ ਲੱਤਾਂ ਕੰਬਦੀਆਂ ਗੱਲ ਕਰਨ ਲੱਗਿਆ ਵੀ ਸਾਡੀਆਂ। ਫਿਰ ਖੰਡੇ ਦੀ ਧਾਰ ਚੋਂ ਜਨਮ ਸਾਡੇ ਕਿਵੇਂ ਹੋਏ? ਜੇ ਸੱਚ ਦੀ ਆਵਾਜ਼ ਨੂੰ ਬੁਲੰਦ ਕਰਨਾ ਨਾ ਤਾਂ ਫਿਰ ਨੰਗੇ ਧੜ ਹੋ ਕੇ ਕਰਨਾ ਪਊਗਾ। ਜਿਹੜੀ ਇੱਥੋਂ ਬਾਰ-ਬਾਰ ਸਟੇਜ ਤੋਂ ਢਾਡੀ ਜਿੱਥੇ ਗੱਲ ਕਰਦੇ ਪਏ ਸੀ, ਕਬੀਰ ਸਾਹਿਬ ਦੀ ਬਾਣੀ ਜੇ ਤੁਕਾਂ ਕਰ ਰਹੇ ਸੀ ਤੇ ਪੰਜਵੇਂ ਪਾਤਸ਼ਾਹ ਦੀ ਬਾਣੀ ਵੀ ਕਹਿੰਦੀ ਹੈ ਕਿ ਪਹਿਲਾਂ ਮਰਨ ਕਬੂਲ, ਮਨ ਪਹਿਲਾਂ ਮੌਤ ਨੂੰ, ਪਹਿਲਾਂ ਮਰਨ ਕਬੂਲ ਜੀਵਨ ਕੀ ਛਾਡਾਸ। ਤੇ ਅਸੀਂ ਇੱਥੇ ਚੰਦ ਆਪਣੇ ਸਾਡੇ ਮਹੱਲੇ ਦੇ 4 ਬੰਦੇ ਨਾਲ ਨਾਰਾਜ਼ ਹੋ ਜਾਣ, ਉਹਦੇ ਬਦਲੇ ਅਸੀਂ ਮਾਈਕ ਖੋਣ ਲੱਗ ਪੈਂਦੇ। ਸੋ ਇਹਨਾਂ ਸ਼ਹੀਦਾਂ ਦੀਆਂ ਸ਼ਹਾਦਤਾਂ ਆਖਰੀ ਜਿਹੜੇ ਮੈਂ ਆਪਣੇ ਸ਼ਬਦਾਂ ਨੂੰ ਇੱਥੇ ਸੰਕੋਚਦਾ ਕਿਉਂਕਿ ਮੁੱਦੇ ਹੋਰ ਵੀ ਆ, ਪਰ ਸਿਰਫ ਇੱਕ ਪੁਆਇੰਟ ਦੇ ਉੱਤੇ ਮੈਂ ਜ਼ਰੂਰ ਸੰਗਤ ਦੀ ਗੰਭੀਰਤਾ ਚਾਹੂੰਗਾ ਕਿ ਇਸ ਵੋਟ ਪੋਲਿਟਿਕਸ ਦੇ ਵਿੱਚੋਂ ਇੰਡੀਆ ਦੇ ਰਾਜਨੀਤਿਕ ਢਾਂਚੇ ਚੋਂ ਨਿਕਲ ਕੇ ਸੋਚੋ ਕਿ ਰਾਜਨੀਤੀ ਉਹ ਵੀ ਆ ਜਿਹੜੀ 10 ਸਾਲ ਭਿੰਡਰਾਂ ਵਾਲੇ ਮਹਾਂਪੁਰਖਾਂ ਨੇ ਕੀਤੀ ਹੈ। ਰਾਜਨੀਤੀ ਉਹ ਵੀ ਆ ਜਿਹੜੀ 50 ਸਾਲ ਮਹਾਰਾਜਾ ਰਣਜੀਤ ਸਿੰਘ ਨੇ ਕੀਤੀ ਆ। ਰਾਜਨੀਤੀ ਸਿਰਫ ਉਹ ਨਹੀਂ ਜੋ ਅਸੀਂ ਪਿਛਲੇ 47 ਤੋਂ ਲੈ ਕੇ ਅੱਜ ਤੱਕ ਦੇਖਦੇ ਹਾਂ, ਵੋਟਾਂ ਲੈਣੀਆਂ, ਵੋਟਾਂ ਦੇਣੀਆਂ ਤੇ ਬੰਦੇ ਖਰੀਦਣੇ ਤੇ ਵੇਚਣੇ। ਇਸ ਰਾਜਨੀਤੀ ਚੋਂ ਬਾਹਰ ਨਿਕਲ ਕੇ ਸਿੱਖਾਂ ਦੀ ਰਾਜਨੀਤੀ, ਮੀਰੀ ਤੇ ਪੀਰੀ ਦੇ ਕਨਸੈਪਟ ਵਾਲੀ ਰਾਜਨੀਤੀ, ਜੋ ਗੁਰੂ ਸਾਹਿਬ ਨੇ ਸਾਨੂੰ ਰਾਜ ਨੂੰ ਚਲਾਉਣ ਦੀ ਨੀਤੀ, ਕਿਸੇ ਰਾਜ ਨੂੰ ਚਲਾਉਣ ਦਾ ਢੰਗ, ਉਹ ਸਿੱਖਾਂ ਦਾ ਕਿਹੜਾ ਆ, ਉਹਨੂੰ ਸਮਝੀਏ, ਉਹਨੂੰ ਚਲਾਈਏ ਤੇ ਉਹਨੂੰ ਇਸ ਧਰਤੀ ਤੇ ਪ੍ਰਕਾਸ਼ਮਾਨ ਕਰੀਏ ਤਾਂ ਕਿ ਸਾਡਾ ਕੋਈ ਪਾਰ ਉਤਾਰਾ ਹੋ ਸਕਦਾ। ਉਸ ਤੋਂ ਬਗੈਰ ਸਾਡਾ ਗੁਜ਼ਾਰਾ ਨਹੀਂ।
ਤੇ ਉਸ ਕਨਸੈਪਟ ਨੂੰ ਜਿੱਥੇ ਸ਼ਹੀਦ ਸਾਨੂੰ ਦੇ ਗਏ ਉਹ ਤੋਂ ਗਾਂਹ ਤੋਰੀਏ। ਇਹੀ ਸਾਡੀ ਸੱਚੀ ਸ਼ਰਧਾਂਜਲੀ ਇਹਨਾਂ ਸ਼ਹੀਦਾਂ ਦੇ ਨਾਂ ਤੇ ਹੋਏਗੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।